सत श्री अकाल जी सारिਆਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਪੇਪਰ 17 ਤਰੀਕ ਤੋਂ ਲੈ ਕੇ 24 ਤਰੀਕ ਦੇ ਵਿੱਚ ਕੰਡਕਟ ਕਰਵਾਇਆ ਜਾ ਰਿਹਾ ਹੈ। ਜਿਸ ਪੇਪਰ ਦਾ ਬੱਚੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਉਹ ਸਮਾਂ ਆ ਗਿਆ ਹੈ ਆਪਣੇ ਆਪ ਨੂੰ ਪ੍ਰੂਫ ਕਰਨ ਦਾ, ਜਿਹਦੇ ਲਈ ਤੁਸੀਂ ਇੰਨੀ ਮਿਹਨਤ ਕੀਤੀ ਹੈ। ਤੇ ਅੱਜ ਆਪਾਂ ਹੋਰ ਜ਼ਿਆਦਾ ਨਿਖਾਰ ਲੈ ਕੇ ਆਉਣ ਲਈ ਤੁਹਾਡੀ ਮਿਹਨਤ ਦੇ ਵਿੱਚ ਵੀਡੀਓ ਲੈ ਕੇ ਆਏ ਹਾਂ, ਜਿਹਦੇ ਵਿੱਚ ਆਪਾਂ ਇੰਗਲਿਸ਼ ਲੈਂਗੁਏਜ ਦੇ ਰਿਗਾਰਡਿੰਗ ਕੁਝ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਨ ਜਾ ਰਹੇ ਹਾਂ, ਜਿਹੜੇ ਕਿ ਪੇਪਰ 2 ਦੇ ਵਿੱਚ 20 ਨੰਬਰ ਦੀ ਵੇਟੇਜ ਰੱਖਦੀ ਹੈ ਸਾਡੀ ਇੰਗਲਿਸ਼ ਲੈਂਗੁਏਜ। ਤੇ ਅੱਜ ਆਪਾਂ ਉਹੀ ਇੰਪੋਰਟੈਂਟ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ, ਜਿਹੜੇ ਕਿ ਤੁਹਾਨੂੰ ਕੁਝ ਆਈਡੀਆ ਦੇਣਗੇ ਕਿ ਹਾਂ ਇਸ ਤਰੀਕੇ ਨਾਲ ਹੁਣ ਮੇਰੇ ਜਿਹੜੇ ਥੋੜੇ ਜਿਹੇ ਦਿਨ ਬਚੇ ਨੇ ਇਸ ਤਰੀਕੇ ਨਾਲ ਮੈਂ ਰਿਵੀਜ਼ਨ ਕਰਨੀ ਹੈ ਤਾਂ ਕਿ ਮੈਂ लैंग्वेज विचों 20 आउट ऑफ 20 स्कोर कर पावां। चलो फिर फर्स्ट क्वेश्चन तो शुरू होने हैं। फर्स्ट क्वेश्चन इज सेइंग इन द फॉलोइंग क्वेश्चंस आइडेंटिफाई द मोस्ट एप्रोप्रिएट मीनिंग ऑफ द गिवन वर्ड फ्रॉम द ऑप्शंस गिवन बिलो। मतलब कि ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਇੱਕ ਗਿਵਨ ਵਰਡ ਹੈ, ਉਹਦਾ ਤੁਸੀਂ ਸਿਨੋਨਮ ਜਾਂ ਐਂਟੋਨਮ ਪੁੱਛਿਆ ਜਾਂਦਾ ਹੈ ਐਗਜ਼ਾਮ ਦੇ ਵਿੱਚ। ਕਾਫੀ ਅਗਰ ਤੁਹਾਡੇ ਵਰਡਸ ਨੂੰ ਤੁਸੀਂ ਕਾਫੀ ਗੋ ਥਰੂ ਕੀਤਾ ਹੋਇਆ ਹੈ, ਆਪਣੀ ਪ੍ਰੈਕਟਿਸ ਕੀਤੀ ਹੋਈ ਹੈ ਵਧੀਆ ਤਰੀਕੇ, ਤਾਂ ਇਹ ਚੀਜ਼ ਤੁਸੀਂ ਅਟੈਂਪਟ ਕਰ ਪਾਓਗੇ, ਕਿਉਂਕਿ ਇਹ ਚੀਜ਼ ਤਾਂ ਪੁੱਛੀ ਜਾਂਦੀ ਹੈ ਕਿਸੇ ਵੀ ਵਰਡ ਦਾ ਸਿਨੋਨਮ ਜਾਂ ਐਂਟੋਨਮ। ਸੋ ਦ ਵਰਡ ਇਜ਼ ਪ੍ਰੋਮਿਸਕਿਊਸ। ਪ੍ਰੋਮਿਸਕਿਊਸ ਇੱਕ ਵਰਡ ਹੈ, ਉਹਦੇ ਆਪਸ਼ਨਸ ਹੈ thoughtful, licentious, serious and controlled. So basically we have to tell the same meaning of this word, that is promiscuous. अगर सानू इस word दा meaning पता होएगा असी ਤਾਂ ਹੀ ਇਸ ਆਪਸ਼ਨ ਨੂੰ ਕਿਸੇ ਆਪਸ਼ਨ ਨੂੰ ਟਿਕ ਕਰ ਪਾਵਾਂਗੇ। ਸੋ ਪ੍ਰੋਮਿਸਕਿਊਸ ਮੀਨਸ ਨਾਟ ਰਿਸਟ੍ਰਿਕਟਡ ਟੂ ਵਨ, ਮਤਲਬ ਜਿਹੜਾ ਪਰਸਨ ਜਾਂ ਜਿਹੜੀ ਚੀਜ਼ ਇੱਕ ਚੀਜ਼ ਤੇ ਰਿਸਟ੍ਰਿਕਟ ਨਹੀਂ ਰਹਿ ਸਕਦੀ, ਦੈਟ ਇਜ਼ ਪ੍ਰੋਮਿਸਕਿਊਸ। ਸੋ ਇਹਦਾ ਬੈਸਟ ਸੂਟੇਬਲ ਸਿਮਿਲਰ ਮੀਨਿੰਗ ਜਾਂਦਾ ਹੈ ਲਾਇਸੈਂਟੀਅਸ ਨੂੰ। ਲਾਇਸੈਂਟੀਅਸ ਬੇਸਿਕਲੀ ਮੀਨਸ ਲੈਗਿੰਗ ਇਨ ਮੋਰਲ ਰੀਸਟ੍ਰੇਨਟਸ। ਜਿਹੜਾ ਬੰਦਾ ਲੈਗ ਕਰਦਾ ਹੈ ਮੋਰਲ ਰੀਸਟ੍ਰੇਨਟਸ ਨੂੰ, ਲਾਈਕ ਇਹਨੂੰ ਉਹਦੇ ਤੇ ਰਿਸਟ੍ਰੇਨਟ ਰਹਿੰਦਾ ਹੈ, ਇੱਕ ਬੰਦੇ ਤੇ ਰਹਿ ਨਹੀਂ ਪਾਉਂਦਾ, that is promiscuous and licentious. We'll move to the next question. Next question ਚ ਸਾਨੂੰ ਫਿਰ similar meaning ਪੁੱਛਿਆ ਗਿਆ ਹੈ। The word is abjure. Abjure ਦਾ similar meaning ਆਪਾਂ ਨੇ ਦੱਸਣਾ ਹੈ। Options are accept, receive, consent and renounce. So abjure means to renounce the oath of any position. Renounce मतलब ਛੱਡ ਦੇਣਾ, ਆਪਣੀ position ਨੂੰ ਛੱਡ ਦੇਣਾ, ਆਪਣੀ oath ਜਿਹੜੀ ਤੁਸੀਂ ਲਈ ਹੋਈ ਹੈ ਉਹਨੂੰ ਛੱਡ ਦੇਣਾ। तो obviously abjure ਦਾ meaning ਹੀ renounce ਕਰ ਦੇਣਾ ਹੈ, ਕੋਈ ਤਿਆਗ ਕਰ ਦੇਣਾ ਹੈ ਕਿਸੇ ਚੀਜ਼ ਦਾ। तो obviously ਇਹਦਾ meaning similar meaning ਜਾਏਗਾ D option ਨੂੰ। ਤਾਂ the answer is renounce. Next similar meaning you have to tell for the word dogmatic. Dogmatic ਦਾ similar meaning ਦੱਸਣਾ ਹੈ। Options are flexible, malleable, lithe and rigid. Dogmatic means when a person is inclined to some principles laid by that means that is a strict something, that is rigid something. So similar meaning goes to the option D part, that is rigid. Malleable means soft. Lithe means thin or something that is graceful. Flexible, everyone knows what does flexible means. Okay, we'll move to the next question. Next question is saying select the option that is nearest in the meaning of the underlined word. We have to find the nearest meaning of, nearest meaning means ਉਹਦੇ ਨੇੜੇ ਤੇੜੇ ਉਹਦਾ meaning ਹੋਣਾ ਚਾਹੀਦਾ ਹੈ। Sentence given is the committee should recommend his name to the government. So the word they are asking for recommend, the nearest meaning of the word recommend. The options are quite near about to the word recommend. If we don't know what does actually recommend means, this question will be quite confusing for us. So options are praise, advise, counsel and suggest. Recommend means ਕਿਸੇ ਨੂੰ ਕੋਈ ਚੀਜ਼ recommend ਕਰਨੀ ਕਿ ਤੁਸੀਂ ਆਹ ਚੀਜ਼ ਕਰ ਲਓ। So recommend is more informal word. ਜਿਵੇਂ ਮੈਂ ਕਹਾਂ ਮੈਂ ਐਡਵਾਈਸ ਦਿੱਤੀ ਕਿਸੇ ਨੂੰ, ਐਡਵਾਈਸ ਇਜ਼ ਫਾਰਮਲ। ਐਡਵਾਈਸ ਆਪਾਂ ਉਸ ਬੰਦੇ ਨੂੰ ਦੇ ਸਕਦੇ ਹਾਂ ਜਿਹਦੇ ਨਾਲ ਆਪਾਂ ਥੋੜੇ ਫਾਰਮਲ ਹਾਂ, ਤੇ ਕਿਸੇ ਨੂੰ ਕੋਈ ਚੀਜ਼ ਰეკਮੈਂਡ ਕਰਨੀ ਕਿ ਤੁਸੀਂ ਆਹ ਚੀਜ਼ ਕਰ ਲਓ, ਉਹ ਆਪਾਂ ਥੋੜੇ ਇਨਫਾਰਮਲ ਜਿਹਦੇ ਨਾਲ ਹੁੰਨੇ ਆ, ਉਹਨੂੰ ਆਪਾਂ ਕੋਈ ਚੀਜ਼ ਰეკਮੈਂਡ ਕਰਦੇ ਆ। ਉਸੇ ਤਰੀਕੇ ਰეკਮੈਂਡ ਦਾ ਸੇਮ ਮੀਨਿੰਗ ਐਡਵਾਈਸ ਨਹੀਂ ਹੋਏਗਾ, ਬਿਕੋਜ਼ ਐਡਵਾਈਸ ਇਜ਼ ਮੋਰ ਫਾਰਮਲ, ਤੇ ਇਹਦਾ ਸੇਮ ਮੀਨਿੰਗ ਜਾਏਗਾ ਸਜੈਸਟ ਨੂੰ, that is also informal. So the correct answer is suggest. Next question is rearrange the jumbled part of the sentence and mark your response accordingly. So the sentence is Mr. Jan, who was hardly 9 months old, Sunil as his son adopted. So Mr. Jan is fixed and you have to arrange the given part, that is P, Q, R, S in the correct order so that this sentence become a meaningful sentence.
We'll start from Mr. Jan. Mr. Jan is already fixed. What we will add after Mr. Jan? As you know, Mr. Jan is the subject. Subject तो बाद एक verb आंदी है, तो verb ਆਪਾਂ ਲਵਾਂਗੇ that is adopted. तो सब तो पहला साडा आएगा arrangement ਦੇ ਵਿੱਚ S. तो Mr. Jan adopted. ਹੁਣ ਜੇ ਆਪਾਂ options ਨੂੰ ਦੇਖੀਏ ਤਾਂ ਕਾਫੀ ਆਪਾਂ easily ऑप्शंस ਨੂੰ एलिमिनेट करता ਸਾਰਿਆਂ ਨੂੰ ਇੱਕ ਵਰਡ ਨੂੰ ਚੂਜ਼ ਕਰਕੇ ਹੀ ਤਾਂ ਆਪਾਂ ਦੇਖਦੇ ਹਾਂ ਕਿ ਸਾਰੇ ਆਪਸ਼ਨਸ ਕੋਈ P ਤੋਂ ਸ਼ੁਰੂ ਹੋ ਰਿਹਾ ਕੋਈ R ਤੋਂ ਸ਼ੁਰੂ ਹੋ ਰਿਹਾ ਤੇ ਇੱਕ ਹੀ ਹੈ ਜਿਹੜਾ S ਤੋਂ ਸ਼ੁਰੂ ਹੋ ਰਿਹਾ that is A part ਤਾਂ ਇਹਨੂੰ ਆਪਾਂ ਕੰਪਲੀਟ ਕਰਦੇ ਹਾਂ ਸੈਂਟੈਂਸ ਨੂੰ ਮਿਸਟਰ ਜਾਨ ਅਡਾਪਟਡ ਸੁਨੀਲ ਐਜ਼ ਹਿਸ ਸਨ ਸੁਨੀਲ ਨੂੰ ਅਡਾਪਟ ਕੀਤਾ ਪਹਿਲਾਂ ਆਪਾਂ ਲਿਖਿਆ ਮਿਸਟਰ ਜਾਨ ਠੀਕ ਹੈ that is the subject ਉਸ ਤੋਂ ਬਾਅਦ ਇੱਕ verb ਆਂਦੀ ਹੈ ਸਭ ਨੂੰ ਪਤਾ ਹੈ ਸਬਜੈਕਟ ਤੋਂ ਬਾਅਦ ਤਾਂ ਅਡਾਪਟਡ is the verb ਅਡਾਪਟ ਕੀਤਾ किन्नू कीता सुनील नू कादे लिए अडॉप्ट किया एज हिज सन अपना सन बनाया ओनू ठीक है जद भी आप किसी दा नाम लेने ओदे बारे दसदे हां कि ओनू ओ किस काम लिए आया या ओदी डेजिग्नेशन की है किते भी तो किसी दा भी नाम लेके ओदे नाल ओदी डेजिग्नेशन आंदी है तो मिस्टर शर्मा अडॉप्टेड सुनील एज हिज सन हु वाज हार्डली 9 months old द करेक्ट सीक्वेंस जाना है SQRP दैट इज A ऑप्शन Next question is select the word or group of words you consider most appropriate for the blank space. एक blank space दी हुई है सानू that is the fill in the blanks. You have to choose a suitable option for this blank. The sentence is the whole lot of young man was very enthusiastic but your friend alone was. मतलब कि सारा वो कह रहे हैं कि सारा lot enthusiastic सी but थोड़ा friend नहीं सी that means you have to find an opposite word of the meaning enthusiastic. ਹੁਣ अगर आप A ऑप्शन ਨੂੰ देखिए quarrelsome ਦਾ मीनिंग ਹੁੰਦਾ ਹੈ aggressive ਜਿਹੜਾ ਬੰਦਾ ਬਹੁਤ aggressive ਹੁੰਦਾ ਹੈ enthusiastic ਦਾ opposite aggressive ਤਾਂ ਨਹੀਂ ਜਾਏਗਾ complaining ਜਿਹੜਾ ਬਹੁਤ complain ਕਰਦਾ ਹੈ ਨਹੀਂ a wet blanket is that kind of person who discourages enthusiasm ਕਿਸੇ ਦਾ enthusiasm ਨੂੰ discourage ਕਰਨਾ that is a wet blanket so the suitable option goes to C part that is the correct one a wet blanket the whole lot of young man was very enthusiastic but your friend alone was a wet blanket. We'll move to the next question. Select the option that is opposite in the meaning of the underlined word that is given in the sentence. एक word सानू sentence underline करके देता है. You have to tell the opposite meaning of this word. Sentence is Ramesh is vulnerable to political pressure. Vulnerable means weak. सबनू पता होएगा ये वर्ड काफी फ्रीक्वेंट हो चुका है आजकल vulnerable means weak but उन्होंने सानू same meaning नहीं पूछा they have asked us the opposite meaning of the word vulnerable so vulnerable दा meaning ता weak हुंदा है weak दा opposite obviously strong होएगा ता एदा correct option साडे कोल जाएगा resilient दा meaning हुंदा है जेड़ा बंदा किसी भी condition विच withstand कर सकदा है उस condition ਨੂੰ who is strong enough to withstand with any kind of condition that is resilient the weak the opposite strong obviously the answer साडे कोल जाएगा resilient which means a person able to withstand with any kind of condition so the correct option is D part. Next question is find out whether there is any error in the underlined part of the sentence. So sentences given error detection question है काफी ज़्यादा पूछे जाते हैं error detection ਦੇ question ਬੱਚਿਆਂ ਨੂੰ ਕਾਫੀ difficult ਲੱਗਦੇ ਹੈ ਕਿਉਂਕਿ ਉਹਨਾਂ ਦੀ grammar strong नहीं रहती बच्चा grammar strong ਕਰਨ ਵੱਲ focus नहीं करता है so if your grammar is strong you can spot error in any kind of sentence. So the sentence is the party was ousted in power after 10 years or there is no error in this sentence. A part एरर है बीच सीच या फिर कोई एरर नहीं है इस सेंटेंस ਦੇ ਵਿੱਚ the party was ousted in power नहीं ਹੁੰਦਾ ousted out ਹੁੰਦਾ ਹੈ ousted out ਦਾ मीन ਹੁੰਦਾ expel ਕਰ ਦੇਣਾ तो party was expelled out ਆਪਾਂ ਕਹਿ ਸਕਦੇ ਹਾਂ ਪਾਵਰ ਤੋਂ ਆਫਟਰ 10 years ਤੋਂ ਬਾਅਦ ਉਹਨੂੰ ਐਕਸਪੈਲ ਆਊਟ ਕਰ ਦਿੱਤਾ ਗਿਆ ਸੀਗਾ तो ousted in नहीं ਹੁੰਦਾ ousted out ਹੁੰਦਾ ਹੈ so the correct answer for this question is B part. Okay, next question is choose the response which is most appropriate expression of the idiom or the given phrase. So the idiom or phrase given below is best of both worlds. Best of both worlds da matlab hunda hai that thing is quite advantageous to us बहुत ज़्यादा फायदेमंद जड़ी चीज़ हुंदी है like full of benefits we can say so the correct answer for this question is all the advantages that is B part. Next question is choose the option that identifies the underlined word in the sentence. Sentence is we should be loyal to our country. We should be loyal to our country. In this sentence you need to tell what is to
carrying parts of speech. Is it a noun? Is it a pronoun? Is it a verb, adverb, or the given options are determiner, article, preposition, or a modal. So everyone knows everyone should know that to in this sentence is a preposition. Preposition the main काम ਹੁੰਦਾ है दो words ਨੂੰ connect करना. ਤਾਂ ਇੱਥੇ ਜਿਹੜਾ to word है ਉਹ connecting word ਦਾ ਕੰਮ ਕਰ ਰਿਹਾ है. That means to is a preposition in this sentence. So our correct answer is C part, that is preposition. We'll move to the next question. The next question is complete the idiom in the following sentence. You need to complete the incomplete idiom in this sentence. The sentence is, my grandfather was as pale as a dash when he entered the hospital. So एक काफी ज़्यादा common idiom है, as pale as a ghost ਹੁੰਦਾ है. तो as pale as a ghost means frightened, किसी चीज तो डरिया होया या उसका face इस तरीके नाल pale होया है. तो इदा करेक्ट आंसर जाएगा ghost नु, that is B part. Next is choose the option which best expresses the given sentences indirect speech. तो सानू पता होना चाहिए है कि direct indirect speech ਦੇ voice काफ़ी ज़्यादा इंपॉर्टेंट रहती है पंजाब के एग्जाम्स ਦੇ ਵਿੱਚ. तो do revise all the tips for these chapters, that is voice and narration. So the given sentence is, he said to her, what a cold day. That there is an exclamation mark. ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਦ ਵੀ ਪਿੱਛੇ exclamation mark ਆ ਜਾਂਦਾ ਹੈ ਤਾਂ ਜਿਹੜੀ ਸਾਡੀ reporting verb ਰਹਿੰਦੀ ਹੈ ਉਹ exclaimed ਬਣ ਕੇ ਅੱਗੇ ਆ ਜਾਂਦੀ ਹੈ. तो अगर मैं देखा कि इस sentence ਦਾ ਅਗਰ ਮੈਂ ਇਹਨੂੰ indirect speech change ਕਰਨਾ ਹੋਵੇ, he as it is ਰਹੇਗਾ, exclamation mark ਸੀ ਤਾਂ ਸਾਡੇ ਕੋਲ verb ਜਿਹੜੀ reporting ਬਣੀ exclaimed ਆਇਆ, comma inverted comma remove ਹੋ ਗਏ, ਉਹਦੀ ਜਗ੍ਹਾ ਤੇ that ਆ ਗਿਆ. तो he exclaimed that. ਸਭ ਨੂੰ ਪਤਾ ਹੈ conjunction ਤੋਂ ਬਾਅਦ ਜਿਹੜਾ ਵੀ sentence ਆਂਦਾ ਹੈ ਉਹ assertive structure ਦਾ ਹੁੰਦਾ ਹੈ, that is subject, verb and object. We don't have a subject in this sentence, what a cold day, ਤਾਂ ਆਪਾਂ it as a subject use ਕੀਤਾ ਹੈ. ਜਦ ਵੀ ਸਾਨੂੰ subject ਦੀ ਲੋੜ ਪੈਂਦੀ ਹੈ, sentence ਵਿੱਚ subject ਨਹੀਂ ਹੁੰਦਾ ਤਾਂ ਆਪਾਂ it as a dummy subject use ਕਰਦੇ ਹਾਂ, ਤਾਂ ਬਣ ਜਾਏਗਾ he exclaimed that it. ਹੁਣ ਅੱਗੇ ਦੇਖਣਾ ਹੈ ਕਿ ਇਹ ਸੈਂਟੈਂਸ ਜਿਹੜਾ ਲਿਖਿਆ ਹੋਇਆ ਸੀ ਉਹ ਲਿਖਿਆ ਹੋਇਆ ਸੀ ਪ੍ਰੈਜ਼ੈਂਟ ਦੇ ਵਿੱਚ, ਕਿਉਂਕਿ ਰਿਪੋਰਟਿੰਗ ਵਰਬ ਸਾਡੀ ਪਾਸਟ ਚ ਸੀਗੀ, ਸੈਡ ਲਿਖਿਆ ਹੋਇਆ ਸੀ, ਤਾਂ ਜਦ ਵੀ ਸਾਡੀ ਰਿਪੋਰਟਿੰਗ ਵਰਬ ਪਾਸਟ ਚ ਹੋਏਗੀ ਅਸੀਂ ਆਪਣੇ ਰਿਪੋਰਟਡ ਸਪੀਚ ਦੇ ਟੈਂਸ ਨੂੰ चेंज करना है. अगर वो प्रेजेंट च है तो पास्ट से चला जाएगा, तो इट्स सेंटेंस विल बी इट वाज अ वेरी कोल्ड डे. वेरी इज ऑप्शनल. ते अगर सानू कोई वेरी वाला ऑप्शन नहीं भी मिलता तो कोई गल नहीं, इट वाज अ कोल्ड डे भी सही रहेगा. द करेक्ट आंसर होएगा he exclaimed that it was a very cold day, that is C part. We'll move to the next question, that is they are asking the synonym of the word sanguine. Is it clever, proud, hopeful or modest? Sanguine basically means when someone is optimistic. Optimistic means positive, हर चीज चों कुछ पॉजिटिव सोचण वाला या पॉजिटिव लेके आने वाला ऑप्टिमिस्टिक ਉਹ ਹੁੰਦਾ ਹੈ. सैंगुइन इज द सेम एज ऑप्टिमिस्टिक, ਜਿਹਨੂੰ ਆਪਾਂ ਆਸ਼ਾਵਾਦੀ ਵੀ ਬੋਲ ਸਕਦੇ ਹਾਂ. ਤਾਂ ਇਹਦੇ ਵਿੱਚ ਆਪਸ਼ਨਸ ਵਿੱਚ ਆਬਵੀਅਸਲੀ ਹੋਪਫੁਲ ਹੋਏਗਾ, ਜਿਹੜਾ ਕੁਝ ਹੋਪ ਕਰਦਾ ਰਹਿੰਦਾ ਹੈ ਵਧੀਆ ਲਈ, that is optimistic, and the synonym of the word sanguine is C part, that is hopeful. Next word is they are asking synonym of the word spite. Spite the synonym पूछ रहे हो. The options are concern, admiration, malice and indifference. तो spite सानू पता होना चाहिए what is the meaning of the word spite. Spite means a desire of some person to hurt or annoy the other person. एक desire होना, दूजे ਨੂੰ hurt ਕਰਨ ਲਈ desirable होना या ਉਹਨੂੰ annoy ਕਰਨ ਲਈ desirable होना, that is the meaning of the word spite. And malice means the same as the spite means. Malice is also the word carrying the meaning desire to harm anyone or desire to annoy anyone. So the similar meaning of this word spite goes to option C, that is malice. Next word is fickle. Synonym of the word fickle. Fickle means the person who changes frequently. So a changing behavior in anyone or anything or in any person, that is called fickle. So the options given below are constant, changeable, nervous or poor. There's a synonym of the word fickle is changeable, because fickle means changing in the behavior or changing in your activities frequently. So the correct answer is B part, that is changeable. Next is choose the best word for the blank. Blank is given and you have to choose the best word for this blank. So the sentence is Priya is not dash for this kind of job. So the options are cut in, cut up, cut through and cut out. So the given options are all phrasal verbs.
फ्रेजल वर्ब्स ਦੇ ਸਾਨੂੰ ਇੱਕ ਰਿਵੀਜ਼ਨ ਕਰਕੇ ਜਾਣੀ ਚਾਹੀਦੀ ਹੈ ਐਗਜ਼ਾਮ ਤੋਂ ਪਹਿਲਾਂ ਕਿਉਂਕਿ ਫਰੇਜ਼ਲ ਵਰਬਸ ਤੇ ਵੀ ਕੁਐਸਚਨਸ ਬਣਦੇ ਹੈ ਪ੍ਰੈਪੋਜੀਸ਼ਨਸ ਤੇ ਫਰੇਜ਼ਲ ਵਰਬਸ ਤੇ ਇਹਨਾਂ ਤੇ ਕੁਐਸਚਨਸ ਬਣਦੇ ਹੈ ਤਾਂ ਦ ਗਿਵਨ ਆਪਸ਼ਨਸ ਆਰ ਕੱਟ ਇਨ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਇੰਟਰਰਪਟ ਕਰਨਾ ਕੱਟ ਇਨ ਮੀਨਸ ਟੂ ਇੰਟਰਰਪਟ ਕੱਟ ਅਪ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਡਿਸਟ੍ਰੈਸ ਕਰਨਾ कट थ्रू का मतलब होता है किसी रास्ता कोई रास्ता बनाना कोई पाथ बनाना एंड कट आउट का मतलब होता है टू रिमूव सो इन दिस सेंटेंस प्रिया इज नॉट कट आउट फॉर दिस काइंड ऑफ जॉब the best suitable option is the C part that is cut out. Next is choose the best word for the blank and the sentence is she has not recovered fully dash the shock. ਉਹ ਸ਼ੌਕ ਤੋਂ ਫੁੱਲੀ ਰਿਕਵਰਡ ਨਹੀਂ ਹੋਈ ਸੀ ਸੋ ਰਿਕਵਰਡ ਇੱਕ ਇਦਾਂ ਦਾ ਵਰਡ ਹੈ ਜਿਹੜਾ ਆਪਣੇ ਨਾਲ ਫਿਕਸਡ ਪ੍ਰੈਪੋਜੀਸ਼ਨ ਲੈ ਕੇ ਜਾਂਦਾ ਹੈ ਫਰੋਮ always ਜਦ ਵੀ ਸਾਨੂੰ ਰਿਕਵਰ ਆਏਗਾ ਉਹਦੇ ਨਾਲ from ਆਏਗਾ recovered from so the given options are against of from and off तो ये सारे prepositions ने ता fixed preposition recovered नाल from आंदी है तो correct answer is C part that is from she has not recovered fully from the shock. Next is choose the one option that best expresses the meaning of the given idiom or a proverb. The word is to save one's face. To save one's face is to evade disgrace. To save one's face the meaning ਹੁੰਦਾ है कि ਇੱਕ ਜਿਹੜੀ ਰੈਪੂਟੇਸ਼ਨ ਖਰਾਬ ਹੋਈ ਹੈ ਉਹਦੇ ਤੋਂ ਐਸਕੇਪ ਕਰਨਾ ਉਹਦੇ ਤੋਂ ਭੱਜਣਾ evade means to escape and disgrace means to loss of reputation. So the correct answer for this idiom to save one's face is the C part that means to evade disgrace. Next idiom is tall order. Tall order ਸਾਨੂੰ word ਤੋਂ ਹੀ ਪਤਾ ਲੱਗ ਜਾਣਾ ਚਾਹੀਦਾ ਇਹਦਾ meaning ਕੀ ਹੋਏਗਾ simple, funny, customary or too much. Tall order means too much. Next is hard pressed. The word idiom is hard pressed and the options are surprised, insulted, at ease, in difficulty. That thing is very hard pressed that means in difficulty किसी चीज ਨੂੰ ਕਾਫੀ ਜ਼ਿਆਦਾ hard press ਕੀਤਾ ਹੋਇਆ that is in difficulty कोई भी चीज difficulty ਚ ਹੋਏਗੀ that is hard pressed कोई भी person difficulty ਚ ਹੋਏਗਾ that is hard pressed. Next question is we have to tell the meaning of the idiom pin money. Pin money is quite common idiom ਤੇ ਕਾਫੀ ਜ਼ਿਆਦਾ एग्जाम ਚ ਵੀ ਪੁੱਛਿਆ ਗਿਆ ਹੈ पिन money तो पिन money ਕੀ ਹੁੰਦੀ ਹੈ bribe ਹੁੰਦੀ ਹੈ that means ਰਿਸ਼ਵਤ compensation ਕਿਸੇ ਚੀਜ਼ ਲਈ ਤੁਸੀਂ compensation ਕਰ ਰਹੇ ਹੋ. Next is alimony. Alimony is the amount that is given on the time of divorce ਤੇ last one is allowance. Allowance means ਕੋਈ ਚੀਜ਼ ਕਿਸੇ ਦੇ ਖਰਚੇ ਲਈ ਦਿੱਤੀ ਜਾਣੀ ਕਿ ਹਾਂ ਇਹ ਤੁਹਾਡੀ ਅਲਾਉੈਂਸ ਹੈ ਕਿ ਤੁਸੀਂ ਇਹ ਚੀਜ਼ ਇਹ ਤੁਹਾਡਾ ਪੈਸਾ ਹੈ ਤੁਸੀਂ ਇਸ ਜਗ੍ਹਾ ਤੇ ਤੁਸੀਂ ਖਰਚ ਸਕਦੇ ਹੋ that is allowance. So pin money means allowance. So the correct answer is D part that is allowance. So the next is you have to select the word with correct spellings. So spellings ਦਿੱਤੇ ਹੋਏ ਕੁਝ words ਦਿੱਤੇ ਹੋਇਆ ਤਿੰਨ ਵਿੱਚੋਂ ਇਨਕਰੈਕਟ ਹੋਣਗੇ ਤੁਸੀਂ you have to tell the correct one. Is it a forecourse, is it a disfragment or adulterous or adernal? So if you have noticed something that foreclose ਦੇ ਵਿੱਚ e missing ਹੈ FORECLOSE ਹੁੰਦਾ ਹੈ foreclose. disfragment ਦੇ ਵਿੱਚ e missing ਹੈ g ਤੋਂ ਬਾਅਦ ਤਾਂ ਉਹ ਵੀ ਇੱਕ ਗਲਤ word ਹੈ. adulterous is correct word and adernal ਦੇ ਵਿੱਚ NAL ਹੁੰਦਾ ਹੈ NEL ਨਹੀਂ ਹੁੰਦਾ. So if we talk about the meaning of these words, foreclose the meaning ਹੁੰਦਾ rule out ਕਰ ਦੇਣਾ ਕਿਸੇ ਚੀਜ਼ ਨੂੰ rule out ਕਰ ਦੇਣਾ ਤੇ disfragment ਦਾ meaning ਹੁੰਦਾ ਹੈ ਕਿਸੇ ਵੀ unequal rank ਵਾਲਿਆਂ ਦੀ marriage ਹੋਣਾ that is disfragment and adulterous ਹੁੰਦਾ ਹੈ that is an voluntary sexual intercourse with a person other than your spouse that is adulterous and adrenal glands ਹੁੰਦੇ ਹੈ ਸਾਡੀ kidney ਦੇ ਕੋਲ ਤੇ ਉਹਦੇ spellings ADRENAL ਹੁੰਦਾ ਹੈ. So the correct answer for this question is C part that is adulterous. Next question is correct spellings from the given words. ਸਾਨੂੰ ਇੱਕ word ਦਿੱਤਾ ਹੋਇਆ ਹੈ denouement ਤਾਂ ਇੱਥੇ ਲਿਖਿਆ ਹੈ denouement ਤਾਂ ਉਹ ਦੱਸਣੇ ਹੈ ਕਿ ਕਿਹੜੇ spellings correct ਨੇ ਇਸ word ਦੇ. So basically denouement ਇੱਕ ਇਦਾਂ ਦਾ word ਹੁੰਦਾ ਹੈ ਜਿਹਦਾ meaning ਹੁੰਦਾ ਹੈ final part ਕਿਸੇ ਵੀ play ਦਾ final part that is called denouement. ਉਹਦੇ correct spellings ਹੁੰਦੇ ਹੈ DENOUEMENT. So the correct answer for this question is B part that is DENOUEMENT. So the next question is fill in the blanks with correct prepositions. He can be counted amongst learners of English dash advanced
levels ਤੇ ਹੁਣ ਇੱਥੇ preposition ਦੱਸਣੀ ਹੈ ਕਿ ਕਿਹੜੀ preposition ਆਏਗੀ। he can be counted amongst, ਉਹਨੂੰ ਕਾਊਂਟ ਕੀਤਾ ਜਾ ਸਕਦਾ ਹੈ amongst learners of English dash advanced level, advanced level ਦੇ ਵਿੱਚ ਜਿਹੜੇ learners ਨੇ ਉਹਦੇ ਵਿੱਚ ਉਹਨੂੰ ਕਾਊਂਟ ਕੀਤਾ ਜਾ ਸਕਦਾ ਹੈ। so the correct answer for this sentence is in learners of English in advanced language, ਉਸ language ਦੇ ਵਿੱਚ ਜਿਹੜੇ advanced level ਨੇ ਉਹਦੇ learners ਦੇ ਵਿੱਚ ਉਹਨੂੰ ਕਾਊਂਟ ਕੀਤਾ ਜਾ ਸਕਦਾ ਹੈ। so the correct answer is C part, that is in। so these were few questions that we have discussed today। ਆਪਾਂ ਅੱਜ 25 questions discuss ਕੀਤੇ ਹੈ ਜਿਹੜੇ ਕਿ ਤੁਹਾਨੂੰ ਥੋੜਾ ਬਹੁਤ ਆਈਡੀਆ ਦੇਣਗੇ ਕਿ ਇਦਾਂ ਦੇ ਕੁਐਸਚਨ ਸਟੇਟ ਐਗਜ਼ਾਮ ਵਿੱਚ ਸਾਡੇ ਪੁੱਛੇ ਜਾਂਦੇ ਹੈ। ਤੇ ਇੱਕ ਛੋਟੀ ਜਿਹੀ ਟਿਪ ਤੁਹਾਡੇ ਸਾਰਿਆਂ ਲਈ, ਐਗਜ਼ਾਮ ਤੋਂ ਪਹਿਲਾਂ ਰਿਵਾਈਜ਼ ਜ਼ਰੂਰ ਕਰਕੇ ਜਾਇਓ ਵਨ ਵਰਡ ਸਬਸਟੀਟਿਊਸ਼ਨ ਤੇ ਈਡੀਅਮਸ ਨੂੰ, ਕਿਉਂਕਿ ਉਹ ਪੁੱਛੇ ਹੀ ਜਾਂਦੇ ਹੈ ਤੇ ਪ੍ਰੈਪੋਜੀਸ਼ਨਸ ਵੀ ਪੁੱਛੀਆਂ ਜਾਂਦੀਆਂ ਨੇ। ਤਾਂ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਤੁਸੀਂ ਫਿਕਸਡ ਰੱਖ ਕੇ ਰਿਵਾਈਜ਼ ਕਰ ਸਕਦੇ ਹੋ, ਕਿਉਂਕਿ ਹੁਣ ਇਦਾਂ ਦਾ ਟਾਈਮ ਹੈ ਕਿ ਕੁਝ ਵੀ ਨਵਾਂ ਕਰਨ ਦਾ ਟਾਈਮ ਨਹੀਂ ਹੈ। ਜਸਟ ਯੂ ਨੀਡ ਟੂ ਰਿਵਾਈਜ਼ ਵਾਟ ਯੂ ਹੈਵ ਪ੍ਰੀਪੇਅਰਡ ਟਿਲ ਨਾਓ, ਉਹਦੀ ਚੰਗੀ ਤਰ੍ਹਾਂ ਰਿਵੀਜ਼ਨ ਕਰੋ ਜਿੰਨਾ ਹੁਣ ਪ੍ਰੀਪੇਅਰ ਕਰ ਚੁੱਕੇ ਹੋ। ਤਾਂ ਆਈ ਹੋਪ ਤੁਸੀਂ ਫੁੱਲ ਸਕੋਰ ਕਰੋ ਆਪਣੀ ਇੰਗਲਿਸ਼ ਲੈਂਗੁਏਜ ਦੇ ਵਿੱਚੋਂ, ਤਾਂ ਕਿ ਤੁਹਾਡੇ ਸਕੋਰ ਦੇ ਵਿੱਚ ਤੁਹਾਨੂੰ ਬੂਸਟ ਮਿਲੇ, ਕਿਉਂਕਿ ਲੈਂਗੁਏਜ ਇਦਾਂ ਦਾ ਸਬਜੈਕਟ ਹੁੰਦਾ ਹੈ ਤੁਹਾਡੇ ਸਕੋਰ ਨੂੰ ਕਾਫੀ ਜ਼ਿਆਦਾ ਬੂਸਟ ਕਰਦਾ ਹੈ। ਤੇ ਆਈ ਹੋਪ ਤੁਹਾਡੇ ਸਾਰਿਆਂ ਦਾ ਪੇਪਰ ਵਧੀਆ ਜਾਵੇ। ਤੁਹਾਨੂੰ ਮੇਰੇ ਵੱਲੋਂ ਤੋਂ ਸਾਡੀ ਸਾਰੀ ਪਨੀਸ਼ੀਆ ਟੀਮ ਵੱਲੋਂ ਬੈਸਟ ਵਿਸ਼ੇਸ ਫॉर द एग्जाम। all the best everyone, thank you so much।